तन समर्पित, मन समर्पित और ये जीवन समर्पित। दिल करता है देश की माटी तुझे कुछ और भी दो। ये पंक्तियां उन क्रांतिकारियों के लिए लिखी गई थी जिन्होंने देश की आज़ादी के लिए अपने प्राण दे दिए। अगर क्रांतिकारियों में नाम आता है तो सबसे पहले बात होती है भगत सिंह, सुखदेव और राजगुरु की। आज हम अपना अगर आज़ादी का 76वां साल मना रहे हैं तो ये सब उन्हीं क्रांतिकारियों की बदौलत है और इनकी जो समाध है, जिनकी बात की हमने, भगत सिंह, सुखदेव और राजगुरु की, हुसैनीवाला में स्थित है। किस तरह से इनको फांसी दी गई, किस तरह से इनके जो अवशेष थे वो भारत में लाए गए और यहाँ पर समाधि बनाई गई, इसके बारे में जानेंगे। हमारे साथ मौजूद हैं हिस्टोरियन डॉक्टर रामेश्वर सिंह। जानते हैं इनसे। क्रांतिकारियों की अगर बात की जाती है तो शहीदों का नाम सबसे पहले आता है। आज हुसैनीवाला में हम लोग मौजूद हैं। यहाँ पर हम अपने पीछे समाधि स्थल देख पा रहे हैं इन्हीं 3 शहीदों का। इनके बारे में जानना चाहेंगे कि किस तरह से ये वीर गति को प्राप्त हुए। चैनल नूं देख रहे सारे ही दर्शकों का बहुत बहुत धन्यवाद। वाहिगुरू जी का खालसा, वाहिगुरू जी की फतेह। जिस इस पवित्र जगह ते असीं खड़े हाँ, ये सरदार भगत सिंह, राजगुरु, सुखदेव जी का शहीदी स्थान है। सरदार भगत सिंह, राजगुरु, सुखदेव जी वो महान शख्सियतां ने जिन्हां ने अंग्रेज़ां दीयां जड़ां इस देश विचों पुट्टियां और उन्हां दी शहीदी आज़ादी लैके आई। तां जे असीं पिछोकड़ दे विच देखदे हां ਤਾਂ ਦੇਸ਼ ਨੇ ਬਹੁਤ ਲੰਬਾ ਸਮਾਂ ਗੁਲਾਮੀ ਹੰਢਾਈ ਹੈ। 752 ਦੇ ਵਿੱਚ ਮੁਹੰਮਦ ਬਿਨ ਕਾਸਮ ਨੇ ਇਸ ਦੇਸ਼ ਤੇ ਹਮਲਾ ਕੀਤਾ, ਸਿੰਧ ਨੂੰ ਜਿੱਤਿਆ। ਅਸੀਂ ਉਦੋਂ ਦੇ ਹੀ ਗੁਲਾਮ ਹੋ ਗਏ ਔਰ ਸਦੀਆਂ ਤੱਕ ਕਿਸੇ ਨੇ ਆਜ਼ਾਦੀ ਦੀ ਗੱਲ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਆ ਕੇ ਲੋਕਾਂ ਨੂੰ ਵੰਗਾਰਿਆ, ਇੱਥੋਂ ਤੱਕ ਕਿਹਾ ਵੀ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਜਿਹੜੀਆਂ ਉਦਾਸੀਆਂ ਨੇ ਉਹਨਾਂ ਨੂੰ ਕਦੇ ਆਜ਼ਾਦੀ ਦੇ ਨਾਲ ਜੋੜ ਕੇ ਨਹੀਂ ਦੇਖਿਆ। ਉਹ ਆਜ਼ਾਦੀ ਲਈ ਸਨ। ਸਾਰੀ 10 ਗੁਰੂ ਸਾਹਿਬਾਨ ਦਾ ਜੀਵਨ ਦੇਸ਼ ਦੀ ਆਜ਼ਾਦੀ ਲਈ ਸੀ। ਸ਼ਹੀਦੀਆਂ ਹੁੰਦੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਸਮਾਂ ਜਿਹੜਾ ਸੀ ਇਹ ਰਾਜ ਰਿਹਾ। 1839 ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ। 1849 ਚ ਅੰਗਰੇਜ਼ਾਂ ਨੇ ਪੰਜਾਬ ਨੂੰ ਜਿਹੜਾ ਸੀ ਉਹ ਬਿਲਕੁਲ ਗੁਲਾਮ ਕਰ ਦਿਆ ਔਰ ਇਸ ਸਮੇਂ ਦੇ ਵਿੱਚ ਫਿਰ ਜਿਹੜੀ ਰਾਜ ਦੀ ਮੁੜ ਪ੍ਰਾਪਤੀ ਲਈ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਸਾਰੀਆਂ ਮੂਵਮੈਂਟਾਂ ਚੱਲੀਆਂ। ਬੇਸ਼ੱਕ ਉਹ ਗਦਰ ਲਹਿਰ ਸੀ, ਬੱਬਰ ਲਹਿਰ ਸੀ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿੰਨੀਆਂ ਵੀ ਲਹਿਰਾਂ ਸਨ, ਇਹ ਸਰਦਾਰ ਭਗਤ ਸਿੰਘ ਹੁਣਾਂ ਦੀ ਜਿਹੜੀ ਹੈ ਨੌਜਵਾਨ ਭਾਰਤ ਸਭਾ ਜਿਹੜੀ ਸੀ ਇਹ ਸੀ। ਤਾਂ ਭਗਤ ਸਿੰਘ ਹੁਣਾਂ ਦਾ ਜਿਹੜਾ ਇਹ ਮੋਹਰੀ ਰੋਲ ਸੀ, ਇਹਨਾਂ ਦਾ ਤਾਂ ਸਾਰਾ ਪਰਿਵਾਰ ਹੀ ਜਿਹੜਾ ਹੈ ਉਹ ਤੀਜੀ ਪੀੜ੍ਹੀ ਤੋਂ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਰੋਲ ਜਿਹੜਾ ਸੀ ਉਹ ਅਦਾ ਕਰ ਰਿਹਾ ਸੀ। ਤਾਂ ਜਿਸ ਵੇਲੇ ਮਹਾਤਮਾ ਗਾਂਧੀ ਨੇ ਇਹ ਗੱਲ ਕਹੀ ਵੀ ਜਿਹੜੇ ਅੰਗਰੇਜ਼ਾਂ ਦੇ ਕਾਲੇ ਛੱਡੋ, ਜਦੋਂ ਦੇਸ਼ੀ ਤੇ ਸਵਦੇਸ਼ੀ ਦੀ ਗੱਲ ਚੱਲੀ ਤਾਂ ਜਦੋਂ ਨੈਸ਼ਨਲ ਕਾਲਜ ਲਾਹੌਰ ਬਣਿਆ, ਸਰਦਾਰ ਭਗਤ ਸਿੰਘ ਤੇ ਸੁਖਦੇਵ ਉਹਦੇ ਵਿੱਚ ਜਿਹੜੇ ਨੇ ਦਾਖਲ ਹੁੰਦੇ ਨੇ। ਤੇ ਪਹਿਲੇ ਦਿਨ ਹੀ ਪ੍ਰੋਫੈਸਰ ਵਿਦਿਆ ਚੰਦਰ ਅਲੰਕਾਰ ਨੇ ਉਹਨਾਂ ਨੇ ਪੁਰਾਤਨ ਇਤਿਹਾਸ ਪੜ੍ਹਾਇਆ। ਦੂਜੇ ਦਿਨ ਜਦੋਂ ਨਵੀਨ ਇਤਿਹਾਸ ਪੜ੍ਹਾਇਆ ਉਹਦੇ ਵਿੱਚ ਇਹ ਗੱਲ ਕਹੀ ਵੀ ਸਾਡਾ ਦੇਸ਼ ਗੁਲਾਮ ਹੈ। ਤਦ ਭਗਤ ਸਿੰਘ ਨੇ ਕਿਹਾ, ਖੜੇ ਹੋ ਗਏ, ਕਹਿੰਦੇ ਸਾਡਾ ਦੇਸ਼ ਗੁਲਾਮ ਕਿਵੇਂ ਹੈ। ਸ਼ਹੀਦ ਸੁਖਦੇਵ ਜੀ ਖੜੇ ਹੋ ਗਏ, ਕਹਿੰਦੇ ਸਾਡਾ ਦੇਸ਼ ਗੁਲਾਮ ਕਿਵੇਂ। ਉਹਨਾਂ ਨੇ ਕਿਹਾ ਵੀ ਅਸੀਂ ਗੁਲਾਮ ਆ। ਜਦੋਂ ਗੱਲ ਕੀਤੀ ਉਹਨਾਂ ਕਿਹਾ ਅੰਗਰੇਜ਼ਾਂ ਦੀ ਆਬਾਦੀ ਕਿੰਨੀ ਹੈ। ਉਹਨਾਂ ਨੇ ਕਿਹਾ ਵੀ ਉਹਨਾਂ ਦੀ ਤਾਂ ਕੁਛ ਹਜ਼ਾਰ ਹੈ। ਕਹਿੰਦੇ ਸਾਡੇ ਲੋਕਾਂ ਦੀ ਤਾਂ ਉਸ ਵੇਲੇ 35 ਜਿਹੜਾ ਸੀ ਕਰੋੜ ਆਬਾਦੀ ਸੀ ਸਾਡੀ। ਕਹਿੰਦੇ ਵੀ ਇਹ ਤੇ ਇੰਨੀ ਹੈ। ਕਹਿੰਦੇ ਇਹ ਦੇਸ਼ ਲੋਕ ਇੰਨੇ ਥੋੜ੍ਹੇ ਲੋਕ ਜਿਹੜੇ ਨੇ ਇਹਨਾਂ ਨੂੰ ਗੁਲਾਮ ਕਿਵੇਂ ਰੱਖ ਸਕਦੇ ਆ। ਤਾਂ ਉਹਨਾਂ ਵੇਖਿਆ ਵੀ ਇਹਨਾਂ ਦੇ ਅੰਦਰ ਇੱਕ ਚਿਣਗ ਹੈ। ਤਾਂ ਪ੍ਰੋਫੈਸਰ ਵਿਦਿਆ ਚੰਦਰ ਅਲੰਕਾਰ ਜੀ ਨੇ ਇਹਨਾਂ ਨੂੰ ਤਿਆਰ ਕੀਤਾ। ਉੱਥੋਂ ਇਹਨਾਂ ਦਾ ਬੁੱਢ ਵੱਜਦਾ ਕਿਉਂਕਿ ਲਾਹੌਰ ਜਿਹੜਾ ਸੀ ਉਸ ਵੇਲੇ ਕ੍ਰਾਂਤੀਕਾਰੀਆਂ ਦਾ ਇੱਕ ਗੜ੍ਹ ਸੀ। ਔਰ ਇਹ ਸਥਾਨ ਜਿਹੜਾ ਇਸ ਕਿਵੇਂ ਹੋਇਆ, ਜੇ ਆਪਾਂ ਬਹੁਤੀ ਲੰਬੀ ਨਹੀਂ ਗੱਲ ਕਰਦੇ ਤਾਂ ਇਹਨਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਹੁੰਦੀ ਹੈ ਜੀ, BK ਦੱਤ ਇਹਨਾਂ ਦੇ ਸਾਥੀ ਸਨ ਜਿਨ੍ਹਾਂ ਦੀ ਸਮਾਧੀ ਆਪਾਂ ਦੇਖ ਰਹੇ ਹਾਂ। ਇਹਨਾਂ ਨੇ ਇਕੱਠੇ ਬੰਬ ਸਿੱਟਿਆ ਸੀ। ਉਸ ਵੇਲੇ ਦਿੱਲੀ ਦੀ ਕੌਮੀ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਉਮਰ ਕੈਦ ਹੋਈ ਸੀ। ਤਾਂ ਇਹਨਾਂ ਨੂੰ
ਦੁਨੀਆ ਦਾ ਕੋਈ ਕਾਨੂੰਨ ਨਹੀਂ ਸੀ ਵੀ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਫਾਂਸੀ ਲਾ ਦਿੱਤਾ ਜਾਵੇ। पीछे हम जो समाधि देख पा रहे हैं, क्या ये वही है जगह जहाँ पर जो है उनको बाद में जो उनके अवशेष थे उनको जो है उसका अंतिम संस्कार किया गया? ਦੇਖੋ ਉਹ ਤੇ ਸੰਸਕਾਰ ਕਰਕੇ ਚਲੇ ਗਏ ਸੀ। ਇਹ ਤਾਂ ਉਹ ਸਥਾਨ ਹੈ ਜਿੱਥੇ ਸੰਸਕਾਰ ਹੋਇਆ ਹੈ। ਇਹ ਉਹ ਸਥਾਨ ਹੈ ਜਿੱਥੇ ਸੰਸਕਾਰ ਹੋਇਆ ਹੈ, ਐਕਚੁਅਲੀ ਜਿੱਥੇ ਸੰਸਕਾਰ ਹੋਇਆ, ਕਿਉਂਕਿ ਉਹ ਤਾਂ ਸਤਲੁਜ ਦਾ ਕਿਨਾਰਾ ਸੀ, ਦਰਿਆ ਦੇ ਵਿੱਚ ਉਡਾ ਕੇ ਉਹ ਚਲੇ ਗਏ ਸਨ ਜੀ। ਉਹ ਤਾਂ उनकी यादगार को जिंदा रखने के लिए जो है ये स्थान वापस लिया गया था। और साथ ही साथ हमने यहाँ पर ये देखा कि बटुकेश्वर दत्त की भी समाधि यहाँ है, तो उसके पीछे क्या कारण था? ਦੇਖੋ ਜੀ, ਅਸੀਂ ਸ਼ਹੀਦਾਂ ਦਾ ਸਨਮਾਨ ਨਹੀਂ ਕਰ ਸਕੇ। ਬਟੁਕੇਸ਼ਵਰ ਦੱਤ ਜੀ ਨੂੰ ਉਮਰ ਕੈਦ ਹੋਈ ਸੀ, ਔਰ ਜਿਸ ਵੇਲੇ ਰਿਹਾ ਹੋ ਕੇ ਆਏ ਨੇ, ਇਹ ਦਿੱਲੀ ਦੇ ਵਿੱਚ ਰਿਕਸ਼ਾ ਚਲਾਉਂਦੇ ਰਹੇ ਨੇ, ਗਰੀਬੀ ਦੀ ਹਾਲਤ ਵਿੱਚ ਪਲੇ ਨੇ, ਔਰ ਫਿਰ ਇਹਨਾਂ ਨੇ ਵਸੀਅਤ ਕੀਤੀ ਕਿ ਮੈਂ ਆਪਣੇ ਭਰਾਵਾਂ ਕੋਲ ਰਹਿਣਾ ਚਾਹੁੰਦਾ, ਤਾਂ ਇਹਨਾਂ ਦੀ ਡੈੱਡ ਬੋਡੀ ਜਿਹੜੀ ਸੀ ਟ੍ਰੇਨ ਦਾ ਹੀ ਲੈ ਕੇ ਆਏ ਸੀ ਫਿਰੋਜ਼ਪੁਰ। ਅਸੀਂ ਉਹਨਾਂ ਨੂੰ ਸਤਿਕਾਰ ਤੇ ਦਿੱਤਾ ਹੀ ਨਹੀਂ, ਫਿਰ ਉਹਨਾਂ ਦੇ ਇੱਥੇ ਸੰਸਕਾਰ ਜਿਹੜਾ ਸੀ ਉਹ ਕੀਤਾ ਗਿਆ ਜੀ। उसके बाद यहाँ पर भी समाधि बना ਹਾਂ, दी ਉਹਨਾਂ गई। ਦੀ ਸਮਾਧੀ ਜਿਹੜੀ ਆਪਾਂ ਦੇਖ ਰਹੇ ਹਾਂ ਜੀ, ਉਹ ਸਮਾਧੀ ਉਹਨਾਂ ਦੀ ਇੱਥੇ ਬਣੀ ਹੈ ਜੀ। साथ ही एक समाधि यहाँ पर और बनी हुई है भगत ਪੰਜਾਬ सिंह के ਦੀ माता ਸਮਾਧੀ ਹੈ जी। ਪੰਜਾਬ ਮਾਤਾ ਵਿਦਿਆਵਤੀ ਜੀ, ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੀ ਦੇਸ਼ ਦੀ ਆਜ਼ਾਦੀ ਦੇ ਵਿੱਚ। ਬੜੀ ਹੈਰਾਨਗੀ ਦੀ ਗੱਲ ਸੀ ਵੀ ਜਿਨ੍ਹਾਂ ਨੂੰ ਭਾਰਤ ਮਾਤਾ ਦਾ ਖਿਤਾਬ ਦੇਣਾ ਚਾਹੀਦਾ ਸੀ, ਉਹਨਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ, ਨਾ ਕਿ ਉਹਨਾਂ ਨੇ ਪੰਜਾਬ ਨੂੰ ਆਜ਼ਾਦ ਕਰਵਾਇਆ। सरफरोशी की तमन्ना अब हमारे दिल में है, देखना है जोर कितना बाजुए कातिल में है। जब क्रांतिकारी भगत सिंह, राजगुरु और सुखदेव जेल में बंद थे, तो यही नारे जो थे वो जेल में गूंजते रहे थे। उसके बाद अंग्रेजों ने अपनी कार्रवाई की, इन क्रांतिकारियों को देश की आजादी के बदले फांसी दी गई। ये स्मारक जो आप देख रहे हैं, यहाँ पर इंकलाब जिंदाबाद की ज्योत प्रज्वलित की गई है। आपको बताएं, यह स्मारक 3 राष्ट्रीय शहीदों सरदार भगत सिंह, राजगुरु तथा सुखदेव की अदम्य इंकलाबी भावना की अमर निशानी बताया जाता है, जिन्होंने मातृभूमि के लिए हंसते हंसते शहादत का जाम पीकर आजादी की ज्वाला को प्रज्वलित किया था। आपको बताएं कि सरदार भगत सिंह और श्री बीके दत्त ने भारत में अंग्रेजी हुकूमत के विरुद्ध रोष व्यक्त करने के लिए नई दिल्ली में 8 अप्रैल 1929 को सेंट्रल असेंबली हॉल पर बम फेंका। मिस्टर सैंडर्स नाम के एक अंग्रेज पुलिस अधिकारी पर गोली मारने के सिलसिले में सरदार भगत सिंह और उनके 2 वीर साथियों यानी कि सुखदेव तथा राजगुरु के विरुद्ध मुकदमा चलाया गया। लाहौर षड्यंत्र केस में इस मामले में पूरी तरह छानबीन किए बगैर जल्दी ही इन तीनों इंकलाबियों को मौत की सजा दी गई। उन्हें फांसी की निश्चित तिथि से एक दिन पहले लाहौर सेंट्रल जेल से 23 मार्च 1931 को शाम 7:15 पर फांसी दे दी गई। जैसे कि हमने आपको बताया कि जेलों में जो नारे हैं क्रांतिकारियों के सरफरोशी के चलते रहे, जब अंतिम समय आया इन क्रांतिकारियों का, तब भी जेल नारों से गूंज रहा था, इंकलाब जिंदाबाद के नारों से। साथ ही मेरा रंग दे बसंती चोला अगर आज हर किसी की जुबान पर है, तो उसका एकमात्र कारण ये क्रांतिकारी भी हैं, जिनके करके आज हम आजादी के 76 साल में पहुंच गए हैं। इसी तरह से क्रांतिकारियों का नाम जो है, उनका किया काम जो है, उनकी देश के प्रति जो समर्पण रहा है, वो सभी हम लोग याद रखें, ये भी हमारा ही कर्तव्य बनता है। वीडियो जर्नलिस्ट बलजीत के साथ खबरें अभी तक के लिए हुसैनी वाला से हरसिमरत।